ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ 68 ਅੰਗ ਤੇ 6ਵਾਂ ਸ਼ਬਦ 6ਵੀਂ ਅਸ਼ਟਪਦੀ ਜੋ ਹੈ ਬਖਸ਼ਿਸ਼ ਕਰ ਰਹੇ ਹਨ। 68 ਅੰਗ ਦੇ ਉੱਪਰਲੇ ਪਾਸੇ ਹੀ ਪਹਿਲੀਆਂ 5 ਪੰਕਤੀਆਂ ਤੋਂ ਬਾਅਦ ਸ਼ਬਦ ਪ੍ਰਾਰੰਭ ਹੁੰਦਾ ਹੈ। ਸ੍ਰੀ ਰਾਗ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਸ੍ਰੀ ਰਾਗ ਦੇ ਵਿੱਚ ਬਖਸ਼ਿਸ਼ ਕਰ ਰਹੇ ਨੇ। ਭਾਈ ਰੇ ਗੁਰਬਿਨ ਸਹਿਜ ਨਾ ਹੋਏ। ਇਹ ਭਾਈ ਗੁਰੂ ਤੋਂ ਬਿਨਾਂ ਜਿਹੜਾ ਸਹਿਜ ਹੈ, ਟਿਕਾਊ ਹੈ, ਇਕਾਗਰਤਾ ਹੈ, ਗਿਆਨ ਹੈ। ਗਿਆਨ ਦੇ ਪਾਉਣ ਕਰਕੇ ਇਕਾਗਰਤਾ ਦਾ ਸੁੱਖ, ਮਨ ਦੇ ਖੰਡਾਓ ਅੰਦਰ ਕਾਹਲ ਹੈ, ਕਾਹਲ ਦੇ ਵਿੱਚ ਦੁੱਖ ਹੈ। ਸਿਆਣਿਆਂ ਦਾ ਕਥਨ ਹੈ, ਕਾਹਲੀ ਅੱਗੇ ਟੋਏ ਹੁੰਦੇ ਹਮੇਸ਼ਾ। ਮਨੁੱਖ ਹਮੇਸ਼ਾ ਕਾਹਲ ਕਰਦਾ ਹੈ। ਸਤਿਗੁਰੂ ਮਨੁੱਖ ਨੂੰ ਸਹਿਜ ਵਿੱਚ ਲੈ ਕੇ ਆਉਂਦੇ ਨੇ। ਸਤਿਗੁਰੂ ਸਿੱਖ ਨੂੰ ਭਾਣਾ ਮੰਨਣਾ ਸਿਖਾਉਂਦੇ ਨੇ। ਸਤਿਗੁਰੂ ਸਿੱਖ ਨੂੰ ਉਸ ਸਹਿਜ ਅਵਸਥਾ ਵਿੱਚ ਲਿਜਾਂਦੇ ਨੇ ਜਿੱਥੇ ਸਿੱਖ ਇਹ ਗੱਲ ਸਮਝ ਸਕੇ ਕਿ ਜੋ ਕੁਝ ਮੇਰੇ ਮਸਤਕ ਤੇ ਹੈ ਉਹੀ ਪ੍ਰਾਪਤ ਹੋਣਾ ਹੈ। ਜੋ ਲਿਖਿਆ ਹੈ ਸੋ ਹੋਇਆ ਹੈ, ਪਿੱਛੇ ਹੋਇਆ ਸੀ, ਅੱਗੇ ਨੂੰ ਹੋਵੇਗਾ। ਜੋ ਮਿਲਣਾ ਹੈ ਉਹਦੀ ਰਜਾ ਵਿੱਚ ਮਿਲਣਾ ਹੈ। ਵਾਹਿਗੁਰੂ ਆਪ ਲੇਖ ਭੁਗਤਾਉਂਦੇ ਨੇ। ਸਤਿਗੁਰੂ ਆਪ ਲੇਖ ਭੁਗਤਾਉਣ ਹਾਰੇ ਨੇ। ਸੋ ਇਸ ਕਰਕੇ ਮਹਾਰਾਜ ਗੁਰਸਿੱਖ ਨੂੰ ਸਹਿਜ ਅਵਸਥਾ ਬਖਸ਼ਿਸ਼ ਕਰਦੇ ਨੇ। ਸਿਮਰਨ ਦੇ ਨਾਲ, ਭਗਤੀ ਦੇ ਨਾਲ ਜਦੋਂ ਹਿਰਦੇ ਵਿੱਚ ਸਹਿਜ ਆ ਜਾਂਦਾ ਹੈ ਤਾਂ ਸ਼ਾਂਤੀ ਆ ਜਾਂਦੀ, ਸੁੱਖ ਆ ਜਾਂਦਾ। ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹਸ ਮਨ ਉਪਜਿਓ, ਸਗਲੇ ਦੁਖ ਭੁਲਾਇਣ। ਆਓ ਅੱਜ ਦੇ ਸ਼ਬਦ ਵਿੱਚ ਮਹਾਰਾਜ ਸਹਿਜ ਦਾ ਹੀ ਜ਼ਿਕਰ ਕਰਦੇ ਹੋਏ ਫਰਮਾਉਂਦੇ ਨੇ। ਸਹਿਜੈ ਨੋ ਸਭ ਲੋਚਦੀ, ਬਿਨ ਗੁਰ ਪਾਇਆ ਨਾ ਜਾਏ। ਅਸਲ ਵਿੱਚ ਸਾਰੀ ਸ੍ਰਿਸ਼ਟੀ ਆਤਮਿਕ ਸੁੱਖ ਨੂੰ ਹੀ ਚਾਹੁੰਦੀ ਹੈ ਕਿ ਟਿਕਾਓ ਜਿਹਾ ਮਿਲੇ, ਕਿਤੇ ਆਰਾਮ ਨਾਲ ਟੇਕ ਕੇ ਬੈਠੀਏ, ਸੁੱਖ ਮਿਲੇ, ਕੋਈ ਝਗੜਾ ਨਾ ਹੋਵੇ, ਟਿਕਾਓ ਬਣਿਆ ਰਹੇ, ਕਿਸੇ ਚੀਜ਼ ਦੀ ਇੱਛਾ ਨਾ ਹੋਵੇ, ਆਪਣੇ ਆਪ ਹੀ ਕੰਮ ਹੁੰਦੇ ਜਾਣ। ਹਰ ਪੱਖੋਂ ਹੀ ਇਨਸਾਨ ਸੁੱਖ ਚਾਹੁੰਦਾ ਹੈ। ਸਰੀਰਕ ਸੁੱਖ ਵੀ ਬਣਿਆ ਰਹੇ, ਆਤਮਿਕ ਆਨੰਦ ਵੀ ਬਣਿਆ ਰਹੇ। ਗਿਆਨ ਤੋਂ ਹੀ ਸੁੱਖ ਮਿਲਦਾ ਹੈ। ਸਹਿਜ ਤੋਂ ਭਾਵ ਸੁੱਖ ਵੀ ਹੈ, ਗਿਆਨ ਵੀ ਹੈ, ਆਤਮਿਕ ਆਨੰਦ ਵੀ ਹੈ। ਮਹਾਰਾਜ ਕਹਿੰਦੇ ਨੇ ਗਿਆਨ ਨੂੰ ਚਾਹੁੰਦੀ ਹੈ ਸਾਰੀ ਸ੍ਰਿਸ਼ਟੀ, ਪਰ ਸਤਿਗੁਰੂ ਤੋਂ ਬਿਨਾਂ ਜੀਵ ਨੂੰ ਬ੍ਰਹਮ ਗਿਆਨ ਹੁੰਦਾ ਨਹੀਂ। ਬ੍ਰਹਮ ਗਿਆਨ ਤੋਂ ਬਿਨਾਂ ਕਲਿਆਣ ਨਹੀਂ ਹੁੰਦਾ। ਇਹੋ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ। ਜੇ ਸਹਿਜ ਗਾਏ ਪੀ ਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ। ਜਾ ਕਉ ਆਏ ਸੋਈ ਬਿਹਾਜਹੁ, ਹਰ ਗੁਰ ਤੇ ਮਨ ਹੈ ਬਸੇਰਾ। ਨਿਜ ਘਰ ਮਹਿਲ ਪਾਵਹੁ ਸੁਖ ਸਹਿਜੇ, ਬਹੁਰ ਨ ਹੋਏਗੋ ਫੇਰਾ। ਪੜ ਪੜ ਪੰਡਿਤ ਜੋਤ ਕੀ ਥੱਕੇ, ਭੇਖੀ ਭਰਮ ਭੁਲਾਏ। ਪੰਡਤਾਂ ਨੇ ਸ਼ਾਸਤਰਾਂ ਨੂੰ ਬਹੁਤ ਪੜ੍ਹਿਆ, ਹੋਰ ਪੜ੍ਹਿਆ, ਉਹਨਾਂ ਦੀ ਖੋਜ ਕੀਤੀ। ਜੋਤਿਸ਼ ਨੂੰ ਜੋਤਸ਼ੀਆਂ ਨੇ ਬਹੁਤ ਅਧਿਐਨ ਕੀਤਾ। ਗਿਣਤੀਆਂ ਮਿਣਤੀਆਂ ਲਗਾ ਲਗਾ ਕੇ ਥੱਕ ਗਏ। ਇੱਕ ਉਹ ਲੋਕ ਦੁਨੀਆ ਅੰਦਰ ਜੋ ਭੇਖ ਕਰਦੇ ਨੇ, ਦਿਖਾਵਾ ਕਰਦੇ ਨੇ, ਜਾਂ ਭੇਖ ਕੋਈ ਧਾਰਨ ਕਰ ਲੈਣਾ, ਭੇਖ ਕੱਪੜੇ ਉਹੋ ਜਿਹੇ ਪਾ ਲੈਣੇ ਜਿਹੇ ਜੇ ਕੋਈ ਮਹਾਂਪੁਰਖ ਪਾਉਂਦਾ ਹੈ, ਕੋਈ ਸਿੱਧ ਲੋਕ ਪਾਉਂਦੇ ਨੇ। ਫਿਰ ਉਹ ਭੇਖੀ ਬੰਦੇ ਭੇਖ ਦੇ ਭਰਮ ਵਿੱਚ ਚਾਹੁੰਦੇ ਨੇ ਇਕੱਲੇ ਕੱਪੜੇ ਪਾ ਕੇ ਦੂਜੇ ਨੂੰ ਆਸ਼ੀਰਵਾਦ ਦੇ ਦਈਏ ਤੇ ਉਹ ਤਰ ਜਾਵੇ। ਕੱਪੜੇ ਪਾ ਕੇ ਬਚਨ ਕਰ ਦਈਏ ਸਭ ਦੁਨੀਆ ਮੇਰੇ ਅਧੀਨ ਹੋ ਜਾਵੇ। ਮਹਾਰਾਜ ਫਰਮਾਉਂਦੇ ਨੇ ਭੇਖ ਦਾ ਨਾਮ ਬਦਨਾਮ ਕਰਦੇ ਨੇ ਉਹ ਲੋਕ। ਸਤਿਗੁਰੂ ਫਰਮਾਉਂਦੇ ਨੇ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ। ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਇਹ ਹਿਰਦੇ ਦੀ ਇੱਕ ਅਵਸਥਾ ਹੈ ਅੰਦਰ, ਉਸ ਅਵਸਥਾ ਤੱਕ ਜਾ ਕੇ ਬਖਸ਼ਿਸ਼ ਹੁੰਦੀ ਹੈ। ਪਰ ਭੇਖੀ ਲੋਕ ਭਰਮ ਦੇ ਵਿੱਚ ਪੈ ਕੇ ਭੇਖ ਨੂੰ ਕਰ ਕਰਕੇ ਹੀ ਭੁੱਲੇ ਫਿਰਦੇ ਨੇ। ਹੁਣ ਪੜ੍ਹ ਪੜ੍ਹ ਕੇ ਪੰਡਤਾਂ ਨੇ, ਭੇਖੀਆਂ ਨੇ ਜ਼ੋਰ ਲਾਇਆ ਸਾਨੂੰ ਵੀ ਸ਼ਾਂਤੀ ਮਿਲੇ,
ਸਹਿਜ ਮਿਲੇ, ਸੁਖ ਮਿਲੇ। ਪਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰ ਭੇਟੇ ਸਹਿਜ ਪਾਇਆ, ਆਪਣੀ ਕਿਰਪਾ ਕਰੇ ਰਜਾਏ। ਰਜਾਏ ਜੋ ਪਰਮੇਸ਼ਰ ਹੈ, ਉਹ ਜਦੋਂ ਆਪਣੀ ਕਿਰਪਾ ਦ੍ਰਿਸ਼ਟੀ ਕਰੇ ਤਾਂ ਗੁਰੂ ਮਿਲਦੇ ਨੇ, ਗੁਰ ਭੇਟੇ। ਜਦੋਂ ਸਤਿਗੁਰੂ ਮਿਲਦੇ ਨੇ ਤਾਂ ਫਿਰ ਸਹਿਜ, ਜੱਜੇ ਨੂੰ ਔਂਕੜ ਕਹਿਣ ਤੋਂ ਭਾਵ ਕਿ ਆਤਮਿਕ ਗਿਆਨ, ਆਤਮਿਕ ਆਨੰਦ ਟਿਕਾਓ ਮਿਲਦਾ ਉਸ ਜੀਵ ਨੂੰ। ਗੁਰਾਂ ਦੀ ਕਿਰਪਾ, ਪਹਿਲਾਂ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੋਈ ਤਾਂ ਗੁਰੂ ਮਿਲੇ। ਮਹਾਰਾਜ ਕਹਿੰਦੇ ਗੁਰੂ ਤੋਂ ਬਿਨਾਂ ਬੰਦੇ ਨੂੰ ਆਤਮਿਕ ਆਨੰਦ ਨਹੀਂ ਮਿਲ ਸਕਦਾ, ਟਿਕਾਓ ਨਹੀਂ ਪ੍ਰਾਪਤ ਹੋ ਸਕਦਾ, ਕਿਉਂਕਿ ਸਤਿਗੁਰੂ ਨੇ ਆਪਣੀ ਕਮਾਈ ਚੋਂ ਕਿਣਕਾ ਦੇਣਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਟਿਕਾਓ ਦਾ ਸਮੁੰਦਰ ਨੇ। ਇਸ ਕਰਕੇ ਟਿਕਾਓ ਦੇ ਸਮੁੰਦਰ ਦੇ ਨੇੜੇ ਹੁੰਦਿਆਂ ਹੀ ਸਿੱਖ ਨੂੰ ਟਿਕਾਓ ਮਿਲ ਸਕਦਾ। ਭਾਈ ਰੇ ਗੁਰ ਬਿਨ ਸਹਿਜ ਨਾ ਹੋਏ। ਸਤਿਗੁਰੂ ਕਹਿੰਦੇ ਗੁਰੂ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ, ਤੇ ਗਿਆਨ ਤੋਂ ਬਿਨਾਂ ਬੰਦੇ ਨੂੰ ਸੁੱਖ ਨਹੀਂ ਮਿਲਦਾ। ਗਿਆਨ ਦੇ ਅੰਦਰ ਹੀ ਸਾਰਾ ਸੁੱਖ ਭਰਿਆ ਪਿਆ। ਸਬਦੈ ਹੀ ਤੇ ਸਹਿਜ ਊਪਜੈ, ਹਰ ਪਾਇਆ ਸੱਚ ਸੋਏ ਰਹਾਉ। ਗੁਰਾਂ ਦੇ ਉਪਦੇਸ਼ ਤੋਂ ਹੀ ਸਹਿਜ ਤੋਂ ਭਾਵ ਗਿਆਨ ਪੈਦਾ ਹੁੰਦਾ। ਸਤਿਗੁਰੂ ਉਪਦੇਸ਼ ਕਰਦੇ ਨੇ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਫੇਰ ਦੱਸਦੇ ਨੇ, ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੂਖ ਜਮ ਨਸੈ। ਅਥਵਾ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਸਤਿਗੁਰੂ ਜੀ ਦੇ ਉਪਦੇਸ਼ ਨਾਲ ਹੀ ਸਾਨੂੰ ਫਿਰ ਗਿਆਨ ਮਿਲਦਾ ਹੈ ਕਿ ਸਿਮਰਨ ਵਿੱਚ, ਭਗਤੀ ਵਿੱਚ ਹੀ ਸ਼ਾਂਤੀ ਹੈ, ਟਿਕਾਓ ਹੈ। ਫਿਰ ਗੁਰਸਿੱਖ ਦੇ ਅੰਦਰ ਗਿਆਨ ਪੈਦਾ ਹੁੰਦਾ ਹੈ। ਗਿਆਨ ਦੁਆਰਾ ਹੀ ਉਹ ਸੱਚੇ ਵਾਹਿਗੁਰੂ ਅਕਾਲ ਪੁਰਖ ਦੀ ਪ੍ਰਾਪਤੀ ਕਰਦਾ ਹੈ। ਹਰ ਪਾਇਆ ਸੱਚ ਸੋਏ ਰਹਾਉ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਸਤਿਗੁਰੂ ਮਹਾਰਾਜ ਕੀ ਉਪਦੇਸ਼ ਕਰਦੇ ਨੇ? ਮਹਾਰਾਜ ਸ਼ਾਂਤੀ ਕਿਵੇਂ ਆਉਂਦੀ ਹੈ, ਟਿਕਾਓ ਕਿਵੇਂ ਬਣਦਾ ਹੈ? ਸਤਿਗੁਰੂ ਕਹਿੰਦੇ ਪਹਿਲਾਂ ਮਨ ਦੀ ਕਾਹਲ ਦੂਰ ਕਰ। ਜਦੋਂ ਪਾਠ ਕਰਨ ਬੈਠਾ, ਧਿਆਨ ਲਾਇਆ, ਹਲੇ ਕੰਮ ਤੇ ਜਾਣ ਨੂੰ 1 ਘੰਟਾ ਹੈ, 2 ਘੰਟੇ, ਪਹਿਲਾਂ ਹੀ ਘੜੀ ਵੱਲ ਦੇਖਣ ਲੱਗ ਗਿਆ ਕਿ ਇੰਨੇ ਵਜੇ ਜਾਣਾ, ਟਾਈਮ ਨਾ ਹੋ ਜੇ। ਸੁਰਤੀ 6 ਵਜੇ ਤੋਂ ਸਿੱਧੀ 8 ਵਜੇ ਤੇ ਖੜੀ ਹੈ, ਵਿਚਕਾਰਲਾ ਸਮਾਂ ਖਰਾਬ ਹੋ ਗਿਆ, ਸੁਰਤੀ ਜੁੜਦੀ ਨਹੀਂ। ਕਾਹਲ ਕਰਦਾ ਹੈ, ਕਾਹਲ ਕਰਦਾ ਹੈ, ਪਹਿਲਾਂ ਹੀ ਮਨ ਕਾਹਲਾ ਹੈ, ਫਿਰ ਹੋਰ ਕਾਹਲ ਕਰਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਟਿਕਾਓ ਵਿੱਚ ਬੈਠੋ, ਅਸੀਂ ਤੁਹਾਡੇ ਕੰਮ ਵਿੱਚ ਨਾਲ ਸਹਾਈ ਹੋਵਾਂਗੇ, ਤੁਸੀਂ ਚਿੰਤਾ ਨਾ ਕਰੋ। ਜੇ ਤੁਸੀਂ ਗੁਰਾਂ ਦਾ ਕੰਮ ਕਰਦੇ ਹੋ, ਪਰਮੇਸ਼ਰ ਦਾ ਕੰਮ ਕਰਦੇ ਹੋ, ਉਹਦੀ ਸੇਵਾ ਕਰਦੇ ਹੋ, ਤੇ ਕੰਮਾਂ ਕਾਰਾਂ ਵਿੱਚ ਉਹ ਤੁਹਾਡੇ ਸਹਾਈ ਹੁੰਦੇ ਨੇ। ਮਹਾਰਾਜ ਕਹਿੰਦੇ ਹਮੇਸ਼ਾ ਮੈਂ ਨਾਲ ਹਾਂ ਤੁਹਾਡੇ। ਇਹ ਜਾਣ ਕੇ ਸਹਿਜੇ ਗਾਵਿਆ ਥਾਏ ਪਵੈ, ਬਿਨ ਸਹਿਜੈ ਕਥਨੀ ਬਾਦ। ਸਹਿਜੇ ਤੋਂ ਭਾਵ ਸ਼ਾਂਤੀ ਵਿੱਚ ਸਮਾਨ ਗਿਆਨ ਦੁਆਰਾ ਪਰਮੇਸ਼ਰ ਦਾ ਜਿਹੜਾ ਜਸ ਗਾਇਆ ਹੈ ਉਹ ਹੀ ਕਬੂਲ ਪੈਂਦਾ, ਕਿਉਂਕਿ ਬਿਨਾਂ ਸ਼ਾਂਤੀ ਤੋਂ, ਜਿਹੜਾ ਸਮਾਨ ਗਿਆਨ ਤੋਂ ਬਿਨਾਂ ਜਿੰਨੀ ਵੀ ਕੋਈ ਕਥਨੀ ਕਰਦਾ ਹੈ ਉਹ ਸਾਰੀ ਬੇਅਰਥੀ ਚਲੀ ਜਾਂਦੀ ਹੈ। ਸਹਿਜੇ ਹੀ ਭਗਤ ਉਪਜੈ, ਸਹਿਜ ਪਿਆਰ ਬੈਰਾਗ। ਸਤਿਗੁਰੂ ਮਹਾਰਾਜ ਕਹਿੰਦੇ ਨੇ ਸਹਿਜੇ ਹੀ, ਸਹਿਜ ਵਿੱਚ ਸੁਤੇ ਸਿੱਧ ਸਮਾਨ ਗਿਆਨ ਤੋਂ ਭਗਤੀ ਪੈਦਾ ਹੁੰਦੀ ਹੈ। ਸ਼ਾਂਤੀ ਤੋਂ ਹੀ ਫਿਰ ਪ੍ਰੇਮ ਤੇ ਵਿਰਾਗ ਮਿਲਦਾ ਹੈ। ਟਿਕਾਓ ਬਣਿਆ ਜਦੋਂ ਟਿਕਿਆ, ਟਿਕੇ ਹੋਏ ਮਨ ਵਿੱਚੋਂ ਗਿਆਨ ਪ੍ਰਗਟ ਹੁੰਦਾ। ਕਾਹਲ ਦੇ ਵਿੱਚੋਂ ਗਿਆਨ ਕਦੇ ਪ੍ਰਗਟ ਨਹੀਂ ਹੁੰਦਾ। ਇਸ ਕਰਕੇ ਸਿਮਰਨ, ਭਗਤੀ, ਕਥਾ, ਕੀਰਤਨ ਇਕਾਗਰਤਾ ਤੇ ਟਿਕਾਓ ਦਾ ਵਿਸ਼ਾ ਹੈ। ਸਹਿਜ ਪਿਆਰ ਭਾਵ ਗਿਆਨ ਵਿੱਚ ਪ੍ਰੇਮ ਹੋਣ ਕਰਕੇ ਵਿਰਾਗ ਹੁੰਦਾ, ਕਿਉਂਕਿ ਵੈਸ਼ਨਵ ਮਤ ਵਾਲਿਆਂ ਨੇ ਭਗਤੀ ਦਾ ਕਾਰਨ ਗਿਆਨ ਹੀ ਮੰਨਿਆ ਹੈ ਕਿ ਜਿਵੇਂ ਮਨੁੱਖ ਦਾ ਗੁਣ ਜਾਂ ਰੂਪ ਪਹਿਲੇ ਜਾਣਿਆ ਜਾਵੇ ਤਾਂ ਉਹਦੇ ਵਿੱਚ ਪ੍ਰੀਤੀ ਹੁੰਦੀ ਹੈ। ਕਿਸੇ ਮਨੁੱਖ ਦਾ ਆਪਾਂ ਗੁਣ ਜਾਣਦੇ ਹਾਂ ਜਾਂ ਰੂਪ ਜਾਣਦੇ ਹਾਂ, ਇਵੇਂ ਪਰਮੇਸ਼ਰ ਦੇ ਗੁਣਾਂ ਦਾ ਪਹਿਲਾਂ ਗਿਆਨ ਹੋਵੇ ਤਾਂ ਉਹਦੀ ਭਗਤੀ ਹੁੰਦੀ ਹੈ। ਸਹਿਜੈ ਹੀ ਤੇ ਸੁਖ ਸ਼ਾਂਤ ਹੋਏ, ਬਿਨ ਸਹਿਜੈ ਜੀਵਨ ਬਾਦ। ਪਹਿਲੇ ਅੱਖਰ ਆਏ ਸੀ ਸਹਿਜੇ, ਜੱਜੇ ਨੂੰ 1 ਲਾਂ ਆਈ ਹੈ ਹੁਣ ਤੱਕ।
ਇੱਥੇ ਇਸ ਪੰਕਤੀ ਵਿੱਚ ਸਹਿਜਾ ਦਲਾਈਆਂ ਲਾਈਆਂ ਮਹਾਰਾਜ ਨੇ। ਸਤਿਗੁਰੂ ਫਰਮਾਉਂਦੇ ਨੇ ਸਹਿਜਾ ਤੋਂ ਭਾਵ ਗਿਆਨ ਨਾਲ ਹੀ ਸ਼ਾਂਤੀ ਤੇ ਸੁੱਖ ਹੁੰਦਾ ਹੈ। ਬਿਨ ਸਹਿਜਾ ਜੀਵਨ ਬਾਦ, ਗਿਆਨ ਹੋਏ ਤੋਂ ਬਿਨਾਂ ਇਹਦਾ ਜਿਉਣਾ ਬੇਅਰਥੀ ਹੈ ਮਨੁੱਖ ਦਾ। ਸਹਿਜ ਸਾਲਾਹੀ ਸਦਾ ਸਦਾ, ਸਹਿਜ ਸਮਾਧ ਲਗਾਏ। ਸਤਿਗੁਰੂ ਫਰਮਾਉਂਦੇ ਨੇ ਸਹਿਜ ਗਿਆਨ ਦੁਆਰਾ। ਇੱਥੇ ਜੱਜੇ ਦੀ ਸਿਹਾਰੀ ਕਹਿੰਦੀ ਹੈ ਗਿਆਨ ਦੁਆਰਾ ਸਦਾ ਹੀ ਨਿਤ ਰੂਪ ਪਰਮਾਤਮਾ ਨੂੰ ਸਦਾ ਹੀ ਸਲਾਹੁਣਾ ਕਰੇ। ਗਿਆਨ ਦੁਆਰਾ ਉਹ ਪਰਮੇਸ਼ਰ ਵਿੱਚ ਸਹਿਜੇ ਹੀ ਸਮਾਧੀ ਲਾਵੇ, ਉਹਦੇ 'ਚ ਸਹਿਜ ਵਿੱਚ ਸਮਾਧੀ ਲਾਵੇ। ਟਿਕਾਓ ਪਹਿਲਾਂ ਮਨ ਦਾ ਕਰਨਾ ਹੈ। ਜਦੋਂ ਤੱਕ ਮਨ ਦਾ ਟਿਕਾਓ ਨਹੀਂ ਹੁੰਦਾ, ਇੱਕ ਪੇਂਟਰ ਦਾ ਹੱਥ ਬਹੁਤ ਟਿਕਿਆ ਹੋਇਆ ਆਪਣੀ ਪੇਂਟਿੰਗ ਤੇ, ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਉਹਦਾ ਹੱਥ ਟਿਕਦਾ, ਬੜੀ ਸੁੰਦਰ ਤਸਵੀਰ ਬਣਾਉਂਦਾ। ਪਰ ਜੇ ਉਹਨੂੰ ਕਹੀਏ ਟਰੱਕ ਵਿੱਚ ਰੱਖ ਦਿੰਦੇ ਆ ਤੇਰਾ ਸਮਾਨ, ਤੂੰ ਰਸਤੇ ਵਿੱਚ ਬਣਾ ਤਸਵੀਰ, ਉਹ ਤਾਂ ਹਿਲਦਾ ਹੈ। ਕਹਿੰਦੇ ਇੱਥੇ ਨਹੀਂ ਬਣ ਸਕਦੀ ਤਸਵੀਰ, ਕਿਉਂਕਿ ਇਹ ਤਾਂ ਹਿਲਦਾ ਹੈ, ਕਦੇ ਇੱਧਰ ਹੋ ਜਾਂਦਾ, ਕਦੇ ਬ੍ਰੇਕਾਂ ਲੱਗ ਜਾਂਦੀਆਂ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਆਪਾਂ ਕਾਹਲ ਦੇ ਵਿੱਚ, ਭੱਜ ਦੌੜ ਦੇ ਵਿੱਚ ਟਿਕਾਓ ਸ਼ਾਂਤੀ ਕਰਨਾ ਚਾਹੁੰਦੇ ਹਾਂ, ਪਰ ਹੁੰਦੀ ਨਹੀਂ। ਪੇਂਟਿੰਗ ਕਰਨ ਵਾਲੇ ਭਾਈ ਸੋਭਾ ਸਿੰਘ ਵਰਗੇ ਬਹੁਤ ਇਕਾਂਤ ਪਹਾੜੀ ਇਲਾਕੇ ਵਿੱਚ ਵਾਸ ਕਰਕੇ, ਕੋਈ ਸ਼ੋਰ ਨਹੀਂ ਹੈ ਜਿੱਥੇ, ਬਹੁਤ ਟਿਕਾਓ ਵਿੱਚ ਉਹਨਾਂ ਨੇ ਆਪਣੀਆਂ ਤਸਵੀਰਾਂ ਬਣਾਈਆਂ, ਜੋ ਅੱਜ ਸਾਰੀ ਦੁਨੀਆ ਦੇ ਵਿੱਚ ਆਪਾਂ ਹਰ ਘਰ 'ਚ ਦੇਖਦੇ ਹਾਂ। ਉਹਨਾਂ ਦੇ ਬਣਾਏ ਹੋਏ ਚਿੱਤਰ ਗੁਰੂ ਨਾਨਕ ਦੇਵ ਜੀ ਦੇ, ਗੁਰੂ ਗੋਬਿੰਦ ਸਿੰਘ ਮਹਾਰਾਜ 6ਵੇਂ ਪਾਤਸ਼ਾਹ ਦੇ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜਦੋਂ ਤੱਕ ਉਹ ਟਿਕਾਓ ਹੁੰਦਾ ਹੈ ਸਹਿਜ ਸਮਾਧ, ਪਹਿਲਾਂ ਤਾਂ ਸਰੀਰ ਨੂੰ ਸਮਾਧੀ ਦੇ ਅਵਸਥਾ 'ਚ ਬਿਠਾਉਣਾ, ਚੌਂਕੜਾ ਲਾ ਕੇ ਰੀੜ੍ਹ ਦੀ ਹੱਡੀ ਥੋੜ੍ਹੀ ਸਿੱਧੀ ਰੱਖ ਕੇ ਬਿਲਕੁਲ ਟਿਕਾਓ ਦੀ ਅਵਸਥਾ 'ਚ ਬੈਠਣਾ। ਇਸੇ ਕਰਕੇ ਜਦੋਂ ਉੱਧਰੋਂ ਟਾਈਮ ਹੁੰਦਾ ਜਾਣ ਦਾ, ਉੱਧਰੋਂ ਹੁੰਦਾ ਨਿਤਨੇਮ ਦਾ ਟਾਈਮ, ਮਨ ਕਿਆ ਪਿਆ ਹੈ ਕਾਹਲਾ, ਫੇਰ ਨਹੀਂ ਗੱਲ ਨਹੀਂ ਬਣਦੀ ਸਹਿਜ ਵਾਲੀ। ਇਸੇ ਕਰਕੇ ਸਤਿਗੁਰੂ ਕਹਿੰਦੇ ਪਹਿਲਾਂ ਹੀ ਉੱਠ ਖੜੋ, ਇੰਨਾ ਪਹਿਲਾਂ ਕਿ ਹੋਰ ਕੋਈ ਗੱਲ ਮਨ ਵਿੱਚ ਆਵੇ ਨਾ, ਕਿਉਂਕਿ ਦੁਨੀਆ ਦੇ ਕੰਮ ਜਦੋਂ ਤੱਕ ਸ਼ੁਰੂ ਹੋਣੇ ਨੇ ਉਦੋਂ ਪਹਿਲਾਂ ਮਨ ਨੂੰ ਟਿਕਾਓ, ਸਹਿਜ ਸ਼ਾਂਤੀ ਸੁੱਖ ਦੇ ਦੇਣਾ, ਤਾਂ ਕਿ ਮਨ ਸਾਰਾ ਦਿਨ ਟਿਕਿਆ ਰਹੇ। ਸਹਿਜੇ ਹੀ ਗੁਣ ਉਚਰੈ ਭਗਤ ਕਰੇ ਲਿਵ ਲਾਏ। ਸਹਿਜੇ ਗਿਆਨ ਦੁਆਰਾ ਵਾਹਿਗੁਰੂ ਦੇ ਗੁਣ ਉਚਾਰਨਾ ਕਰੇ ਤੇ ਲਿਵ ਲਗਾ ਕੇ ਹਰੀ ਦੀ ਭਗਤੀ ਕਰੇ। ਸਬਦੇ ਹੀ ਹਰ ਮਨ ਵਸੈ, ਰਸਨਾ ਹਰ ਰਸ ਖਾਏ। ਗੁਰਾਂ ਦੇ ਉਪਦੇਸ਼ ਦੁਆਰਾ ਹੀ ਮਨ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ, ਅਤੇ ਜ਼ੁਬਾਨ ਜਿਹੜੀ ਹੈ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਚਖਦੀ ਹੈ ਉਦੋਂ, ਕਿਉਂਕਿ ਹੌਲੀ ਹੌਲੀ ਨਾਮ ਹਿਰਦੇ 'ਚ ਵਸਦਾ ਹੈ। ਸਹਿਜੇ ਕਾਲ ਵਿਡਾਰਿਆ, ਸੱਚ ਸਰਨਾਈ ਪਾਏ। ਸੱਚੇ ਦੀ ਸ਼ਰਨ ਵਿੱਚ ਪਾ ਕੇ ਗੁਰਮੁਖਾਂ ਨੇ ਆਪਣੇ ਆਪ ਨੂੰ ਸੁਭਾਵਕ ਹੀ ਕਾਲ ਨੂੰ ਦੂਰ ਕੀਤਾ ਹੈ, ਕਿਉਂਕਿ ਕਾਲ ਉਦੋਂ ਤੱਕ ਸਿਰ ਦੇ ਉੱਤੇ ਖੜਾ ਹੀ ਰਹਿੰਦਾ, ਮੰਡਰਾਉਂਦਾ ਹੀ ਰਹਿੰਦਾ, ਜਦੋਂ ਤੱਕ ਭਗਤੀ ਨਹੀਂ। ਮੌਤ ਦਾ ਡਰ ਬਣਿਆ ਹੀ ਰਹਿੰਦਾ। ਜਦੋਂ ਹਿਰਦੇ 'ਚ ਨਾਮ ਦਾ ਵਾਸਾ ਹੋਇਆ, ਪ੍ਰਕਾਸ਼ ਹੋਇਆ, ਉਦੋਂ ਜੀਵ ਨੂੰ ਫਿਰ ਮੌਤ ਤੋਂ ਡਰ ਲੱਗਣੋਂ ਹਟ ਜਾਂਦਾ, ਕਿਉਂਕਿ ਕਾਲ ਦੂਰ ਹੋ ਜਾਂਦਾ। ਸਹਿਜੇ ਹਰ ਨਾਮ ਮਨ ਵਸਿਆ, ਸੱਚੀ ਕਾਰ ਕਮਾਏ। ਗੁਰਮੁਖਾਂ ਨੇ ਸੱਚੀ ਗੁਰ ਸੇਵਾ ਰੂਪੀ ਕਾਰ ਕਮਾਈ ਹੈ, ਗੁਰੂ ਦੀ ਸੇਵਾ ਭਗਤੀ ਦੀ ਕਾਰ ਕਮਾਈ ਹੈ। ਇਸ ਕਰਕੇ ਉਹਨਾਂ ਦੇ ਮਨ ਵਿੱਚ ਸੁਭਾਵਕ ਹੀ ਨਾਮ ਵਸ ਗਿਆ, ਪਤਾ ਹੀ ਨਹੀਂ ਲੱਗਿਆ। ਉਹ ਆਪ ਬੜਾ ਹੈਰਾਨ ਹੈ, ਇਹ ਹੋ ਕਿਵੇਂ ਗਿਆ। ਸੇਵਾ ਕਰਦਿਆਂ ਕਰਦਿਆਂ, ਸਤਿਨਾਮ ਵਾਹਿਗੁਰੂ ਜਪਦਿਆਂ ਆਪਣੇ ਆਪ ਹੀ ਹਿਰਦੇ 'ਚ ਵਾਹਿਗੁਰੂ ਵਾਹਿਗੁਰੂ ਹੋਣ ਲੱਗ ਜਾਂਦਾ ਉਹਨਾਂ ਦੇ। ਸਹਿਜੇ ਹੀ ਪ੍ਰਕਾਸ਼ ਹੋ ਜਾਂਦਾ ਹੈ, ਅਸ਼ੋਪ ਲਈ ਸਾਰਾ ਕੁਝ ਹੋ ਗਿਆ, ਪਤਾ ਹੀ ਨਹੀਂ ਲੱਗਿਆ। ਗੁਰੂ ਦੀ ਸੇਵਾ ਜਿਹੜੀ ਹੈ ਇਹਦਾ ਇਹੀ ਲਾਭ ਹੁੰਦਾ। ਸੇਵੜ ਭਾਗੀ ਜਿਨੀ ਪਾਇਆ, ਸਹਿਜੇ ਰਹੇ ਸਮਾਏ। ਉਹ ਗੁਰਮੁਖ ਵੱਡਿਆਂ ਭਾਗਾਂ ਵਾਲੇ ਬੰਦੇ ਨੇ ਜਿਨ੍ਹਾਂ ਨੇ ਗਿਆਨ ਨੂੰ ਪ੍ਰਾਪਤ ਕੀਤਾ ਅਤੇ ਗਿਆਨ ਕਰਕੇ ਪਰਮੇਸ਼ਰ ਦੇ ਵਿੱਚ ਹਮੇਸ਼ਾ ਅਭੇਦ ਹੋਏ ਰਹਿੰਦੇ ਨੇ। ਉਹਨਾਂ ਉੱਤੇ ਅਕਾਲ ਪੁਰਖ ਦੀ ਐਸੀ ਕਿਰਪਾ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਸੰਸਾਰ ਦੇ ਲੋਕ ਹੈ, ਇਹਨਾਂ ਦਾ ਮਨ ਹਮੇਸ਼ਾ ਮਾਇਆ ਵਿੱਚ ਨੂੰ ਲੱਗਿਆ ਰਹਿੰਦਾ, ਤੇ ਮਾਇਆ ਵਿੱਚ ਤਾਂ ਹੁਣ ਤੁਹਾਨੂੰ ਪਤਾ ਕਹਿੰਦੇ ਟਿਕਾਓ ਨਹੀਂ ਬਣ ਸਕਦਾ।
ਮਾਇਆ ਵਿੱਚ ਸਹਿਜ ਨਾ ਉਪਜੈ, ਮਾਇਆ ਦੂਜੈ ਭਾਏ। ਹੁਣ ਮਾਇਆ ਵਿੱਚ ਮਨ ਲੱਗਾ ਰਵੇ ਜਿਹਦਾ, ਉੱਥੇ ਗਿਆਨ ਕਿੱਥੇ ਪੈਦਾ ਹੁੰਦਾ? ਕਿਉਂਕਿ ਜਦੋਂ ਮਾਇਆ ਆ ਗਈ ਤਾਂ ਦਵੈਸ਼ ਆ ਗਿਆ ਨਾਲ ਹੀ, ਈਰਖਾ, ਨਫ਼ਰਤ। ਕਿਉਂਕਿ ਮਾਇਆ ਦਵੈਸ਼ ਭਾਅ ਦਾ ਕਾਰਨ ਹੈ। ਜਿੱਥੇ ਮਾਇਆ ਹੈ ਉੱਥੇ ਲੜਾਈ ਹੈ, ਝਗੜਾ ਹੈ। ਜਿੱਥੇ ਮਾਇਆ ਹੀ ਨਹੀਂ ਉੱਥੇ ਕੋਈ ਝਗੜਾ ਹੀ ਨਹੀਂ, ਲੜਾਈ ਹੀ ਨਹੀਂ। ਉੱਥੇ ਕੋਈ ਨਹੀਂ ਕਹਿੰਦਾ ਕਿ ਇੱਥੇ ਮੈਨੂੰ ਬਣਾਓ, ਮੁਖੀ ਬਣਾਓ ਮੈਨੂੰ। ਨਹੀਂ ਤਾਂ ਮੁੱਖ ਸੇਵਾਦਾਰ ਬਣਨ ਨੂੰ ਫਿਰ ਸਾਰੇ ਹੀ ਤਿਆਰ ਰਹਿੰਦੇ। ਜਿੱਥੇ ਲੱਖਾਂ ਕਰੋੜਾਂ ਆਉਂਦੇ ਨੇ ਉੱਥੇ ਸਭ ਕੋਈ ਹੈ। ਜਿਸ ਗੁਰੂ ਘਰ ਦੇ ਵਿੱਚ ਕੋਈ ਮੱਥਾ ਟੇਕਣ ਨਹੀਂ ਜਾਂਦਾ, ਦੂਰ ਦਰਾਡੇ ਇੱਕ ਇਕੱਲਾ ਹੀ ਗ੍ਰੰਥੀ ਸਿੰਘ ਬੈਠਾ, ਉੱਥੇ ਗ੍ਰੰਥੀ ਹੋਈ ਪ੍ਰਧਾਨ ਆ, ਉਹੀ ਖਜ਼ਾਨਚੀ ਆ, ਉਹੀ ਸੈਕਟਰੀ ਆ। ਕਿਉਂਕਿ ਉੱਥੇ ਪੈਸਾ ਹੀ ਹੈ ਨਹੀਂ। ਰੌਲਾ ਕਾਹਦਾ? ਝਗੜੇ ਕਿਉਂ ਨੇ ਗੁਰੂ ਘਰਾਂ 'ਚ? ਇਹ ਮਾਇਆ ਦੇ ਹੀ ਨੇ। ਘਰਾਂ ਵਿੱਚ ਕਾਹਦੇ ਝਗੜੇ ਨੇ? ਇਹ ਮਾਇਆ ਦੇ ਹੀ ਝਗੜੇ ਨੇ। ਸੋ ਇਸ ਕਰਕੇ ਕਿਸੇ ਘਰ ਦੇ ਵਿੱਚ ਲੜਾਈ ਕਰਾਉਣੀ ਹੋਵੇ, ਬਹੁਤਾ ਪੈਸਾ ਸਿੱਟ ਦਿਓ ਉੱਥੇ, ਉਹ ਲੜ ਪੈਣਗੇ ਮਾਇਆ ਪਿੱਛੇ। 4 ਜਣਿਆਂ ਨੇ ਮਾਇਆ ਬਹੁਤ ਮਿਲ ਗਈ, ਚੋਰੀ ਕੀਤੀ ਕਿਤੋਂ, ਬਹੁਤ ਜ਼ਿਆਦਾ ਮਾਇਆ ਮਿਲੀ। ਕਹਿੰਦੇ ਵੰਡ ਲਈਏ ਜੰਗਲ 'ਚ ਬੈਠ ਕੇ। ਕਹਿੰਦੇ ਭੁੱਖ ਲੱਗੀ, ਪਹਿਲਾਂ ਰੋਟੀ ਤਾਂ ਖਾਈਏ, ਸ਼ਹਿਰ 'ਚੋਂ ਕੋਈ ਜਾ ਕੇ ਲਿਆਓ। 2 ਜਾਣੇ ਗਏ ਸ਼ਹਿਰ ਵਿੱਚ, ਮਠਿਆਈ ਲੈ ਲਈ, ਆਪ ਤਾਂ ਰੱਜ ਕੇ ਉੱਥੇ ਖਾ ਕੇ ਬਾਕੀ ਦੀ ਮਠਿਆਈ ਵਿੱਚ ਜ਼ਹਿਰ ਮਿਲਾ ਲਈ। ਜਿਹੜੇ ਜੰਗਲ 'ਚ 2 ਜਾਣੇ ਬੈਠੇ ਨੇ, ਉਹ ਕਹਿੰਦੇ ਜਦੋਂ ਆਉਣਗੇ ਨਾ, ਆਉਂਦੀ ਵੱਢਦੀ ਉਹਨਾਂ ਦੋਨਾਂ ਨੂੰ, ਤੇ ਸਾਰੀ ਮਾਇਆ ਆਪਣੀ ਹੋ ਜਾਏਗੀ, ਆਪਾਂ 2 ਹਿੱਸੇ ਵੰਡ ਲਵਾਂਗੇ। ਉਹ ਕਹਿੰਦੇ ਜਦੋਂ ਜ਼ਹਿਰ ਖਾ ਲਿਆ ਉਹ ਮਰ ਜਾਣਗੇ, ਆਪਾਂ 2 ਹਿੱਸੇ ਕਰ ਲਵਾਂਗੇ। ਉਹਨਾਂ ਨੇ ਆ ਕੇ ਜਦੋਂ ਮਠਿਆਈ ਰੱਖੀ, ਨਾਲ ਹੀ ਗੰਡਾਸੇ ਮਾਰੇ ਸਿਰਾਂ 'ਚ ਤੇ ਮਾਰ ਕੇ ਸੁੱਟ ਦਿੱਤੇ ਜੰਗਲ 'ਚ। ਕਹਿੰਦੇ ਪਹਿਲਾਂ ਖਾਈਏ ਮਠਿਆਈ, ਫੇਰ ਵੰਡਦੇ ਆ ਮਾਇਆ। ਮਠਿਆਈ ਖਾ ਕੇ ਉਹ ਵੀ ਲਿਟ ਗਏ ਉੱਥੇ ਹੀ, ਉਹ ਵੀ ਮਰ ਗਏ। ਉੱਥੇ ਹੀ ਰਹਿ ਗਈ ਮਾਇਆ ਪਈ। ਜਿਸ ਮਾਇਆ ਪਿੱਛੇ ਇੰਨੀਆਂ ਲੜਾਈਆਂ ਹੁੰਦੀਆਂ, ਉਹ ਮਾਇਆ ਨੂੰ ਪੁੱਛੋ ਤੂੰ ਇਹ ਲੜਾਉਂਦੀ ਕਿਉਂ ਹੈ? ਕਹਿੰਦੀ ਮੈਂ ਤਮਾਸ਼ਾ ਦੇਖਦੀ ਇਹਨਾਂ ਦਾ। ਇਹ ਸਹਿਜ ਵਿੱਚ ਨਹੀਂ ਹਨ, ਕਾਹਲ ਕਰਦੇ ਨੇ। ਦਵੈਸ਼ ਭਾਵਨਾ ਆ ਗਈ। ਜਿੱਥੇ ਭਗਤੀ ਨਹੀਂ ਹੁੰਦੀ ਉੱਥੇ ਕਾਹਲ ਹੈ, ਮਾਇਆ ਹੈ, ਦਵੈਸ਼ ਹੈ। ਜਿੱਥੇ ਭਗਤੀ ਹੈ ਉੱਥੇ ਤਿਆਗ ਹੈ। ਉਹ ਕਹਿੰਦਾ ਮੈਂ ਨਹੀਂ ਲੈਣਾ ਕੁਛ। ਭਗਤੀ ਵਾਲਾ ਕਹਿੰਦਾ ਕੋਈ ਅਹੁਦਾ ਨਹੀਂ ਲੈਣਾ, ਮੈਂ ਕੁਛ ਨਹੀਂ ਕਰਨਾ, ਮੈਨੂੰ ਸ਼ਾਂਤੀ ਚਾਹੀਦੀ। ਮਾਇਆਵੀ ਪੁਰਸ਼ ਰਜੋ ਗੁਣੀ ਤਮੋ ਗੁਣੀ ਲੜਾਈ ਝਗੜਾ ਕਰਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਪੰਗਤੀਆਂ ਹੀ ਉਪਦੇਸ਼ ਕਰਦੀਆਂ ਕਿ ਮਾਇਆ ਵਿੱਚ ਸਹਿਜ ਨਾ ਉਪਜੈ, ਮਾਇਆ ਦੂਜੈ ਭਾਏ। ਫੇਰ ਮਾਇਆ ਮਗਰ ਲੱਗ ਕੇ ਕਰਮ ਕਿਹੜੇ ਕਮਾਉਂਦਾ? ਮਨਮੁਖ ਕਰਮ ਕਮਾਵਣੇ, ਹਉਮੈ ਜਲੈ ਜਲਾਏ। ਮਨਮੁਖ ਬੰਦੇ ਜਿਹੜੇ ਨੇ ਸਕਾਮ ਕਰਮਾਂ ਨੂੰ ਕਰਦੇ ਨੇ, ਸਹਿਤ ਕਾਮਨਾ ਦੇ ਕਰਮ ਕਰਕੇ ਫਿਰ ਹਉਮੈ ਦੀ ਅੱਗ ਵਿੱਚ ਆਪ ਸੜਦੇ ਨੇ ਤੇ ਹੋਰਨਾਂ ਨੂੰ ਸਾੜਦੇ ਨੇ। ਪਹਿਲਾਂ ਆਇਆ ਸੀ ਮਨਮੁਖ ਭੁੱਲੈ ਭੁਲਾਏ, ਆਪ ਭੁੱਲਦਾ ਮਨਮੁਖ, ਦੂਜਿਆਂ ਨੂੰ ਭੁਲਾਉਂਦਾ। ਹੁਣ ਆਇਆ ਮਨਮੁਖ ਆਪ ਹਉਮੈ 'ਚ ਸੜਦਾ, ਦੂਜੇ ਨੂੰ ਵੀ ਸਾੜਦਾ। ਇਸ ਕਰਕੇ ਇਹ ਪੰਗਤੀਆਂ ਨੇ। ਪੰਗਤੀਆਂ ਦੇ ਨਾਲ ਆਪਣੇ ਆਪ ਨੂੰ ਮਿਲਾਈ ਤੁਰੇ ਜਾਣਾ। ਜਿੱਥੇ ਕਮੀ ਹੈ ਉਹਨੂੰ ਦੂਰ ਕਰੀਏ, ਜੋ ਕਰਨ ਵਾਲਾ ਉਹਨੂੰ ਕਰੀਏ। ਜੋ ਸਤਿਗੁਰੂ ਕਹੀ ਜਾਂਦੇ ਛੱਡ ਦਿਓ, ਇਹਨੂੰ ਉਹ ਛੱਡ ਦਿਓ। ਜੰਮਣ ਮਰਨਾ ਚੂਕਈ, ਫਿਰ ਫਿਰ ਆਵੈ ਜਾਏ। ਉਹਨਾਂ ਦਾ ਜੰਮਣਾ ਮਰਨਾ ਦੂਰ ਹੀ ਨਹੀਂ ਹੁੰਦਾ, ਮੁੜ ਮੁੜ ਕੇ ਆਈ ਜਾਂਦੇ। ਕਿਉਂਕਿ ਸੁਰਤੀ ਮਾਇਆ 'ਚ ਰਹਿ ਗਈ, ਸੁਰਤੀ ਝਗੜਿਆਂ 'ਚ ਹੈ, ਸੁਰਤੀ ਅਹੁਦਿਆਂ 'ਚ ਹੈ, ਮੁੜ ਮੁੜ ਕੇ ਆਈ ਜਾਈ ਜਾਂਦੇ ਨੇ। ਫਿਰ ਸੋ ਇਸ ਤਰ੍ਹਾਂ ਜੰਮਣ ਮਰਨਾ, ਸੱਚੇ ਨੂੰ ਦੁਲੈਂਕੜੇ, ਚੂਕਈ, ਚੁੱਕਈ ਵੀ ਆਉਂਦਾ ਪਾਠ ਕਈ ਜਗ੍ਹਾ ਔਂਕੜ ਨਾਲ। ਤ੍ਰਿਹੁ ਗੁਣਾ ਵਿੱਚ ਸਹਿਜ ਨਾ ਪਾਈਐ, ਤ੍ਰੈ ਗੁਣ ਭਰਮ ਭੁਲਾਏ। ਅਸਲ ਵਿੱਚ ਮਾਇਆ ਅੰਦਰ ਇਹ 3 ਗੁਣ ਜਿਹੜੇ ਰਜੋ ਗੁਣ, ਰਾਜਸੀ ਗੁਣ। ਕਈ ਬੰਦਾਂ ਦੇ ਹਮੇਸ਼ਾ ਧਿਆਨ ਹੀ ਰਾਜਸੀ ਪਾਰਟੀਆਂ ਬਾਜ਼ੀਆਂ 'ਚ ਹੁੰਦਾ, ਬੜੀ ਤੋੜ ਜੋੜ ਜੀ ਕਰਦੇ ਰਹਿੰਦੇ ਨੇ ਉਹ ਰਾਤ ਦਿਨ ਰਜੋ ਗੁਣ ਵਿੱਚ। ਉਹ ਤਮੋ ਗੁਣੀਆਂ ਦਾ ਆਸਰਾ ਲੈਂਦੇ ਨੇ, ਖਾਣ ਪੀਣ ਵਾਲਿਆਂ ਦਾ ਵੀ ਡੰਡੇ ਸੋਟੇ ਤਿਆਰ ਰੱਖਿਓ, ਖੁੱਲ੍ਹੀ ਸ਼ਰਾਬ ਦੇਵਾਂਗੇ ਤੁਹਾਨੂੰ, ਖੁੱਲ੍ਹੀਆਂ ਚੀਜ਼ਾਂ। ਆ ਵੋਟਾਂ 'ਚ ਇਹੀ ਕੁਝ ਚੱਲਦਾ ਪੰਜਾਬ 'ਚ, ਇੱਥੇ ਵੀ ਬਥੇਰਾ ਕੁਝ ਚੱਲਦਾ ਚਾਰੇ ਪਾਸੇ। ਰਜੋ ਅਤੇ ਤਮੋ ਵਾਲੇ ਇਕੱਠੇ ਹੋ ਜਾਂਦੇ ਨੇ। ਸਤੋ ਵਾਲੇ ਸ਼ਾਂਤੀ ਚਾਹੁੰਦੇ ਹੁੰਦੇ ਨੇ ਪਰ ਸ਼ਾਂਤੀ ਹੁੰਦੀ ਨਹੀਂ। ਪਰ ਇਹ 3 ਗੁਣ ਮਾਇਆ ਦੇ ਦੱਸੇ ਨੇ, ਰਜੋ ਸਤੋ ਤਮੋ ਰੂਪ 3 ਗੁਣਾਂ ਵਿੱਚ ਰਹਿਣ ਕਰਕੇ ਗਿਆਨ ਨਹੀਂ ਪਾਈਦਾ।
ਤ੍ਰੈ ਗੁਣੀ ਜੀਵ ਭਰਮ ਵਿੱਚ ਪੈ ਕੇ ਭੁੱਲੇ ਫਿਰਦੇ ਨੇ। ਹੁਣ ਰਜੋ ਵਿੱਚ ਤੇ ਤਮੋ ਵਿੱਚ ਰਹਿ ਕੇ ਕਹਿੰਦੇ ਨੇ ਸ਼ਾਂਤੀ ਸ਼ਾਂਤੀ ਕਰੋ। ਸ਼ਾਂਤੀ ਕਿੱਥੇ ਉੱਥੇ? ਕਿਉਂਕਿ ਸਤੋ ਗੁਣ ਪੱਲੇ ਹੀ ਨਹੀਂ ਹੈਗਾ। ਜਦੋਂ ਸਤੋ ਗੁਣੀ ਪੁਰਸ਼ ਬਣਿਆ ਨਹੀਂ, ਕਿਉਂਕਿ ਸਤੋ ਹੀ ਪਰਮੇਸ਼ਰ ਦੇ ਨੇੜੇ ਹੈ ਬਹੁਤ, ਫੇਰ ਚੌਥੀ ਪਦਵੀ ਆ ਜਾਂਦੀ। ਤਮੋ ਗੁਣ ਵਿੱਚੋਂ ਨਿਕਲ ਕੇ ਰਜੋ ਚ ਆਇਆ, ਰਜੋ ਚੋਂ ਸਤੋ ਚ ਆਇਆ, ਸ਼ਾਂਤੀ ਵਿੱਚ ਆਇਆ, ਝਗੜਿਆਂ ਤੋਂ ਦੂਰ ਹੋਇਆ। ਤ੍ਰੈ ਗੁਣ ਵਿਸ਼ੇ ਵੇਦਾ, ਤਿੰਨ ਗੁਣਾਂ ਦੇ ਵਿਸ਼ੇ ਕਰਨ ਵਾਲੀ ਵੇਦ ਬਾਣੀ ਵਿੱਚੋਂ ਵੀ ਸ਼ਾਂਤੀ ਨਹੀਂ ਪਾਈਦੀ, ਕਿਉਂਕਿ ਤ੍ਰੈ ਗੁਣੀ ਵੇਦ ਵੀ ਭਰਮ ਵਿੱਚ ਭੁੱਲੇ ਹੋਏ ਨੇ। ਇਹ ਬਿਆਸ ਜੀ ਵਰਗਿਆਂ ਨੇ, ਬਾਅਦ ਵਿੱਚ ਵੱਡੇ ਵੱਡੇ ਵਿਸ਼ਿਸ਼ਟ ਮੁਨੀ ਵਰਗਿਆਂ ਨੇ, ਵਿਦਵਾਨਾਂ ਨੇ ਇਹ ਚੀਜ਼ਾਂ ਦੀ ਖੋਜ ਕੀਤੀ ਕਿ ਤ੍ਰੈ ਗੁਣ ਵਿਸ਼ੇ ਵੇਦਾ, ਵੇਦਾਂ ਵਿੱਚ ਵੀ ਤਿੰਨ ਗੁਣੀ ਕਥਨ ਕੀਤੇ ਹੋਏ ਨੇ। ਵੇਦਾਂ ਦੇ ਵਿੱਚ ਚੌਥੀ ਪਦਵੀ ਦੀ ਗੱਲ ਨਹੀਂ ਸੁਣਾਈ। ਪੜ੍ਹੀਐ ਗੁਣੀਐ ਕਿਆ ਕਥੀਐ, ਜਾਂ ਮੁੰਡੋਂ ਕੁੱਥਾ ਜਾਏ। ਹੁਣ ਵੇਦਾਂ ਦੇ ਪੜ੍ਹਨ ਦਾ, ਗੁਣੀਆਂ ਵਿਚਾਰਨ ਦਾ ਤੇ ਕਥਨ ਕਰਨ ਦਾ ਕੀ ਲਾਭ ਹੈ? ਕਹਿੰਦੇ ਜਾਂ ਮੁੱਢੋਂ ਹੀ ਰਸਤਾ, ਮੁੱਢ ਰੂਪ ਪਰਮਾਤਮਾ ਤੋਂ ਕੁੱਥਾ ਤੋਂ ਭਾਵ ਭੁੱਲਿਆ ਜਾ ਰਿਹਾ, ਉਹਦੇ ਪੜ੍ਹਨ ਦਾ ਕੀ ਫਾਇਦਾ? ਕਿਆ ਪੜ੍ਹੀਐ ਕਿਆ ਗੁਣੀਐ ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ। ਸਤਿਗੁਰੂ ਕਹਿੰਦੇ ਨੇ ਇਸ ਕਰਕੇ ਉਹ ਲੋਕ ਕਹੋ ਬਹੁਤ ਸਾਰੀਆਂ ਐਸੀਆਂ ਚੀਜ਼ਾਂ, ਕਿਸੇ ਨੂੰ ਦੱਸੀਏ ਕਿ ਵੇਦਾਂ ਦੇ ਵਿੱਚ ਆਹ ਚੀਜ਼ ਨਹੀਂ, ਤਿੰਨ ਗੁਣ ਨੇ, ਚੌਥਾ, ਉਹ ਗੁੱਸਾ ਕਰਦਾ ਵੀ ਸਾਡੇ ਧਰਮ ਦੀ ਨਿੰਦਾ ਕਰ ਦਿੱਤੀ, ਵੇਦਾਂ ਵਿੱਚ ਕੀ ਨਹੀਂ। ਇਹ ਅਸੀਂ ਨਹੀਂ ਕਹਿੰਦੇ, ਇਹ ਵਿਦਵਾਨਾਂ ਦੀ ਉਹ ਗੱਲ ਹੈ ਕਿ ਤ੍ਰੈ ਗੁਣ ਵਿਸ਼ੇ ਵੇਦਾ। ਇਹ ਤਾਂ ਸਾਰੇ ਵਿਦਵਾਨਾਂ ਨੇ ਬਾਅਦ ਵਿੱਚ, ਜਿਹੜੇ ਬਿਆਸ ਜੀ ਵਰਗੇ ਹੋਏ ਨੇ, ਹੋਰ ਵਿਦਵਾਨ ਹੋਏ ਨੇ, ਰਿਸ਼ੀ ਪਤੰਜਲ ਆਦਿਕ ਹੋਏ ਨੇ, ਬਹੁਤ ਕੁਝ ਦੱਸਿਆ ਉਹਨਾਂ ਨੇ ਬਾਅਦ ਵਿੱਚ ਖੋਲ ਕੇ। ਅਸਲ ਵਿੱਚ ਪਰਮੇਸ਼ਰ ਦੀ ਭਗਤੀ ਇੱਕ ਵੱਖਰੀ ਚੀਜ਼ ਹੈ। ਰਾਵਣ 4 ਵੇਦਾਂ ਦਾ ਟੀਕਾਕਾਰ ਸੀ ਪਰ ਗਿਆਨਵਾਨ ਨਹੀਂ ਸੀ। ਇਹਦੇ ਨਾਲੋਂ ਭਵੀਖਣ ਗਿਆਨਵਾਨ ਸੀ। ਮਹਾਰਾਜ ਨੇ ਭਵੀਖਣ ਨੂੰ ਲਿਖਿਆ ਹੈ ਗੁਰਮੁਖ ਭਵੀਖਣ, ਗੁਰਮੁਖ ਸੀ ਭਵੀਖਣ। ਇਸ ਕਰਕੇ ਕਈ ਵਾਰੀ ਐਸੀਆਂ ਚੀਜ਼ਾਂ ਸੁਣਨ ਨਾਲ ਦੂਜੇ ਮਤਾਂ ਦੇ, ਦੂਜੇ ਧਰਮਾਂ ਦੇ ਲੋਕਾਂ ਨੂੰ ਕਈ ਵਾਰ ਵਹਿਮ ਹੋ ਜਾਂਦਾ ਕਿ ਸਾਡੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਤਾ ਨਹੀਂ ਹੇਠੀ ਕੀਤੀ ਜਾਂ ਨਿੰਦਿਆ ਕੀਤੀ। ਨਹੀਂ, ਪਰਮਾਤਮਾ ਹੈ ਗੁਰੂ ਨਾਨਕ ਦੇਵ, ਉਹ ਸਾਰੇ ਜੀਵਾਂ ਨੂੰ ਪਿਆਰ ਕਰਦੇ ਨੇ ਇੱਕ ਜੈਸਾ ਹੀ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ, ਪਰ ਜਿਹੜੀ ਸੱਚਾਈ ਹੈ ਉਹ ਸੁਣਨੀ ਪੈਂਦੀ। ਸਤਿਗੁਰੂ ਕਹਿੰਦੇ ਨੇ ਤਿੰਨ ਗੁਣਾਂ ਦੇ ਵਿੱਚ ਕੁਛ ਨਹੀਂ, ਤਿੰਨ ਗੁਣਾਂ ਦੇ ਵਿੱਚ ਵਰਤਾਰਾ ਵੇਦਾਂ ਦਾ ਹੈ। ਚੌਥੇ ਪਦ ਮਹਿ ਸਹਿਜ ਹੈ, ਗੁਰਮੁਖ ਪੱਲੇ ਪਾਏ। ਤਿੰਨ ਗੁਣ ਤਾਂ ਇਹ ਹੋ ਗਏ, ਤਿੰਨ ਅਵਸਥਾ ਹੋ ਗਈਆਂ, ਜਾਗਰਤ ਅਵਸਥਾ, ਸੁਪਨ ਅਵਸਥਾ, ਸੁਖੋਪਤ ਅਵਸਥਾ। ਇਹਨਾਂ ਤਿੰਨਾਂ ਨੂੰ ਲੰਘ ਕੇ ਚੌਥੇ ਤੋਂ ਭਾਵ ਤੁਰੀਆ ਪਦ ਵਿੱਚ ਜਾਵੇ ਜੀਵ। ਜਦ ਤੁਰੀਆ ਪਦ ਵਿੱਚ ਜਾ ਕੇ ਟਿਕਦਾ ਤਾਂ ਸਹਿਜੋ, ਜੱਜੇ ਨੂੰ ਔਂਕੜ ਸਹਿਜੋ, ਫੇਰ ਕੀ ਮਿਲਦਾ? ਕਹਿੰਦੇ ਸੁਖ ਅਤੇ ਅਪਰੋਖ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਉਹ ਅਪਰੋਖ ਗਿਆਨ ਗੁਰਾਂ ਦੁਆਰਾ ਗੁਰਮੁਖਾਂ ਦੇ ਬੁੱਧੀ ਰੂਪ ਪੱਲੇ 'ਚ ਪੈਂਦਾ ਹੈ। ਸੋ ਇਸ ਤਰ੍ਹਾਂ ਪ੍ਰੋਖ ਪਾਲਨ, ਪ੍ਰੋਸ਼ ਪਾਲਨ, ਗੁਪਤ ਪਾਲਣਾ ਕਰਦਾ। ਪ੍ਰੋਖ ਦਾ ਮਤਲਬ ਗੁਪਤ, ਅਪਰੋਖ ਗਿਆਨ ਦਾ ਮਤਲਬ ਹੈ ਪ੍ਰਗਟ ਗਿਆਨ ਸਾਹਮਣੇ। ਗੁਰਮੁਖ ਪਿਆਰੇ ਜਿਹੜੇ ਉਹ ਅਪਰੋਖ ਪ੍ਰਗਟ ਗਿਆਨ ਗੁਰਾਂ ਦੁਆਰੇ ਗੁਰਮੁਖਾਂ ਦੇ ਬੁੱਧੀ ਰੂਪ ਪੱਲੇ 'ਚ ਪਾ ਦਿੰਦੇ ਨੇ। ਤਾਂ ਸਤਿਗੁਰੂ ਕਹਿੰਦੇ ਤਿੰਨਾਂ ਗੁਣਾਂ ਦੇ ਵਿੱਚੋਂ ਜਾਗਰਤ ਅਵਸਥਾ ਵਿੱਚੋਂ ਨਿਕਲਣਾ। ਪ੍ਰਮਾਣ ਵਜੋਂ ਪਹਿਲਾਂ ਵੀ ਕਈ ਵਾਰ ਦੱਸਿਆ ਕਿ ਜਾਗਦਿਆਂ ਹੋਇਆਂ ਜਿਹੜੀਆਂ ਅੱਖਾਂ ਦੇਖ ਰਹੀਆਂ ਨੇ ਸਾਰਾ ਸੰਸਾਰ, ਇਹ ਤਾਂ ਠੀਕ ਹੈ ਕਿ ਅੱਖਾਂ ਖੁੱਲ੍ਹੀਆਂ ਦੇਖ ਰਹੀਆਂ, ਪਰ ਜਾਗਦੇ ਹੋਏ ਤੋਂ ਬਾਅਦ ਸੌਂ ਗਿਆ। ਸੁਪਨੇ ਦੇ ਵਿੱਚ ਕਹਿੰਦਾ ਮੈਨੂੰ ਆਹ ਦਿਖਿਆ, ਮੈਂ ਫੇਰ ਚਲੇ ਗਿਆ, ਉੱਥੇ ਦੁਕਾਨ ਦਿਖੀ, ਬਾਜ਼ਾਰ ਦਿਖਿਆ। ਇਹ ਬਈ ਅੱਖਾਂ ਬੰਦ ਸੀ। ਜਾਗਦਿਆਂ ਤਾਂ ਚਲੋ ਮੰਨਿਆ ਕਿ ਤੂੰ ਉਹ ਚੀਜ਼ਾਂ ਦੇਖੀਆਂ ਸੀ, ਸੁੱਤਿਆਂ ਹੋਇਆਂ ਫੇਰ ਉਹੀ ਚੀਜ਼ਾਂ ਕਿਵੇਂ ਦੇਖੀਆਂ? ਅੱਖਾਂ ਤੇ ਬੰਦ ਸੀ ਤੇਰੀਆਂ। ਇਹਦਾ ਮਤਲਬ ਅੰਦਰ ਅੱਖਾਂ ਹੋਰ ਕੋਈ ਚੀਜ਼ ਹੈ ਜਿਹੜੇ ਦੇਖਦੀਆਂ ਨੇ, ਅੰਦਰਲੀਆਂ ਅੱਖਾਂ ਵੱਖਰੀਆਂ ਨੇ। ਇਹਦਾ ਮਤਲਬ ਜਿਹੜਾ ਸੁਪਨਾ ਦੇਖ ਲਿਆ, ਕਹਿੰਦਾ ਅੱਜ ਇੰਨੀ ਨੀਂਦ ਆਈ, ਸੁਪਨਾ ਵੀ ਨਹੀਂ ਆਇਆ। ਜਦ ਇੰਨੀ ਗੂੜੀ ਨੀਂਦ ਵਿੱਚ ਸੁੱਤਾ, ਸੁਪਨਾ ਵੀ ਨਹੀਂ ਦੇਖਿਆ, ਇਹ ਫੇਰ ਗਿਆਨ ਅੰਦਰ ਕਿਹਨੂੰ ਹੈ? ਇਹ ਕਿ ਅੰਦਰ ਸੁਪਨਾ ਵੀ ਨਹੀਂ ਆਇਆ। ਉਹ ਕਿਹੜੀ ਚੀਜ਼ ਹੈ ਜਿਹੜੀ ਇਹ ਦੱਸਦੀ ਹੈ ਜਾਗਦਿਆਂ ਹੋਇਆਂ
ਸਭ ਦੇਖਦੀ ਹੈ, ਸੁਪਨੇ ਵਿੱਚ ਸਭ ਕੁਝ ਦੇਖਦੀ ਹੈ। ਸਖੋਪਤ ਅਵਸਥਾ ਕਹਿੰਦੇ ਜੀ, ਸੁਪਨਾ ਵੀ ਨਾ ਆਵੇ, ਉਹਦੇ ਵਿੱਚ ਵੀ ਉਹ ਸਾਨੂੰ ਗਿਆਨ ਦਿੰਦੀ ਜਿਹੜੀ ਚੀਜ਼। ਉਹ ਚੌਥੀ ਚੀਜ਼ ਕਿਹੜੀ ਹੈ, ਉਹਦੇ ਕੋਲ ਚੱਲੀਏ। ਮਹਾਰਾਜ ਕਹਿੰਦੇ ਉਹ ਚੌਥੀ ਹੈ ਆਤਮਾ, ਮਨ ਦੇ ਅੰਦਰ। ਆਤਮਾ ਹੀ ਅੱਖਾਂ ਰਾਹੀਂ ਦੇਖਦੀ ਜਾਗਦਿਆਂ, ਆਤਮਾ ਹੀ ਸੁਪਨਾ ਦੇਖਦੀ ਸੁੱਤਿਆਂ, ਆਤਮਾ ਹੀ ਕਹਿੰਦੀ ਸੁਪਨਾ ਨਹੀਂ ਆਇਆ। ਸਾਖੀ ਰੂਪ ਕਹਿੰਦੇ ਨੇ ਇਹਨੂੰ। ਸਾਖੀ ਹੁੰਦੀ ਗਵਾਹੀ। ਜਿਵੇਂ ਪਰਮੇਸ਼ਰ ਆਪਣਾ ਸਾਖੀ ਰੂਪ ਹੈ, ਹਮੇਸ਼ਾ ਆਪਾਂ ਜੋ ਵੀ ਕੰਮ ਕਰਦੇ ਹਾਂ ਉਹ ਦੇਖਦਾ ਹੈ, ਉਹ ਸਾਖੀ ਰੂਪ ਹੈ। ਸਾਖ ਦਿੱਤੀ ਫਲਾਣੇ ਨੇ, ਗਵਾਹੀ ਦਿੱਤੀ। ਚਿੱਤਰਗੁਪਤ ਹੋਣੀ ਸਾਡੇ ਸਾਖੀ ਨੇ। ਨਿਰਗੁਣ ਨਾਮ ਨਿਧਾਨ ਹੈ, ਸਹਿਜੇ ਸੋਝੀ ਹੋਇ। ਹੁਣ ਮਹਾਰਾਜ ਕਹਿੰਦੇ ਨੇ ਰਜੋ ਸਤੋ ਤਮੋ ਰੂਪ ਤਿੰਨਾਂ ਗੁਣਾਂ ਤੋਂ ਰਹਿਤ ਨਿਰਗੁਣ ਬ੍ਰਹਮ ਦਾ ਨਾਮ, ਜੋ ਨਿਧੀਆਂ ਦਾ ਖਜ਼ਾਨਾ ਹੈ ਅਤੇ ਸਾਰੇ ਸੁੱਖਾਂ ਦਾ ਖਜ਼ਾਨਾ ਹੈ। ਸਹਿਜੇ ਤੋਂ ਭਾਵ ਗਿਆਨ ਦੁਆਰਾ ਉਹ ਨਾਮ ਦੀ ਸੋਝੀ ਹੁੰਦੀ ਹੈ। ਨਾਮ ਦੀ ਸੋਝੀ ਹੋਣ ਕਰਕੇ ਸਹਿਜੇ ਹੀ ਸੁੱਖ ਦੀ ਪ੍ਰਾਪਤੀ ਹੁੰਦੀ। ਗੁਣਵੰਤੀ ਸਾਲਾਹਿਆ ਸੱਚੇ ਸੱਚੀ ਸੋਏ। ਜਿਨ੍ਹਾਂ ਨੇ ਸੱਚ ਨਾਮ ਨੂੰ ਸਲਾਹਿਆ ਹੈ, ਉਹਨਾਂ ਗੁਣਵੰਤੀ ਗੁਣਾਂ ਵਾਲਿਆਂ ਦੀ ਸੱਚੀ ਸੋਭਾ ਹੁੰਦੀ ਹੈ। ਭੁੱਲਿਆ ਸਹਿਜ ਮਿਲਾਏ ਸੀ, ਸ਼ਬਦ ਮਿਲਾਵਾ ਹੋਏ। ਭੁੱਲਿਆ ਜੀਵਾਂ ਦਾ ਜੇ ਸਤਿਗੁਰੂ ਨਾਲ, ਗੁਰ ਸ਼ਬਦ ਨਾਲ ਮਿਲਾਪ ਹੋਵੇ ਨਾ, ਤਾਂ ਉਹਨਾਂ ਦਾ ਗਿਆਨ ਨਾਲ ਮਿਲਾਪ ਹੋ ਜਾਂਦਾ। ਸਹਿਜ ਮਿਲਾਏ, ਸਹਿਜ ਵਿੱਚ ਮਿਲਾਵਾ ਹੁੰਦਾ। ਭੁੱਲਿਆ ਸਹਿਜ ਮਿਲਾਏ ਸੀ, ਸ਼ਬਦ ਮਿਲਾਵਾ ਹੋਏ। ਜਦੋਂ ਸ਼ਬਦ ਦੇ ਨਾਲ ਮਿਲਾਪ ਹੋਇਆ ਸੁਰਤੀ ਦਾ, ਤਾਂ ਸੁਰਤੀ ਗਿਆਨ ਵਿੱਚ ਚਲੀ ਗਈ, ਗਿਆਨ ਜਾਗਰਤ ਅਵਸਥਾ ਵਿੱਚ ਚਲੀ ਗਈ। ਉਹ ਕਦੇ ਵੀ ਗਿਆਨ ਜਾਗਰਤ ਅਵਸਥਾ ਵਿੱਚ ਹਮੇਸ਼ਾ ਸਾਵਧਾਨ ਰਹਿੰਦੇ ਨੇ। ਲੱਗਦਾ ਕਿ ਸੁੱਤੇ ਪਏ ਨੇ, ਪਰ ਉਹ ਜਾਗਦੇ ਹੀ ਹੁੰਦੇ ਨੇ। ਬੰਦਾ ਦੁਨੀਆ ਅੰਦਰ ਅੱਖਾਂ ਖੁੱਲੀਆਂ ਤੋਂ ਸੁੱਤਾ ਪਿਆ, ਬ੍ਰਹਮ ਗਿਆਨੀ ਸੁੱਤਾ ਹੋਇਆ ਵੀ ਜਾਗਦਾ ਹੁੰਦਾ। ਸਤਿਗੁਰੂ ਜਾਗਤਾ ਹੈ ਦਿਓ। ਗੁਰੂ ਗ੍ਰੰਥ ਸਾਹਿਬ ਲੱਗਦੇ ਵੀ ਦੇਖਦੇ ਨਹੀਂ, ਇਹ ਸਾਰਾ ਕੁਝ ਦੇਖਦੇ ਆ। ਗੁਰੂ ਗ੍ਰੰਥ ਸਾਹਿਬ ਲੱਗਦਾ ਵੀ ਸੁਣਦੇ ਨਹੀਂ, ਇਹ ਸਾਰਾ ਕੁਝ ਸੁਣਦੇ। ਕੋਈ ਜ਼ਰੂਰੀ ਨਹੀਂ ਕਿ ਅੱਖਾਂ ਲੱਗੀਆਂ ਹੋਈਆਂ ਦਿਖਣ ਆਪਾਂ ਨੂੰ ਸਰੀਰ ਤੇ ਕੰਨ ਦਿਖਣ ਲੱਗੇ ਹੋਏ ਫੇਰ ਹੀ ਸੁਣਦਾ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੋਤ ਹੀ ਅੰਦਰ ਸੁਣਦੀ ਹੈ, ਜੋਤ ਹੀ ਦੇਖਦੀ ਹੈ। ਤੇ ਮੁਰਦੇ ਦੇ ਕੋਲ ਸੁਣਾਓ ਤਾਂ ਸੁਣਦਾ ਕੁਛ। ਮੁਰਦੇ ਨੂੰ ਪੁੱਛੋ ਕੋਈ ਦੇਖ ਰਿਹਾ, ਕੁਛ ਨਹੀਂ, ਸਭ ਕਿਰਿਆ ਬੰਦ। ਇਹਦਾ ਮਤਲਬ ਅੰਦਰ ਦੇਖਣ ਵਾਲੀ ਸੁਣਨ ਵਾਲੀ ਚੀਜ਼ ਹੀ ਹੋਰ ਹੈ, ਉਹ ਹੈ ਆਤਮਾ। ਜਿਹੜੀ ਜੋਤ ਹੈ ਬੰਦੇ ਦੇ ਅੰਦਰ, ਇਹੀ ਇਹਦੀ ਵੱਡੀ ਜੋਤ ਜਿਹੜੀ ਜਿੱਥੋਂ ਸਾਰੀਆਂ ਜੋਤਾਂ ਲੈਂਦੇ ਆਪਾਂ, ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਨ ਜੋਤ ਜਿਹੜੀ ਹੈ। ਜ਼ਮੀਨ ਜਮਾ ਕੇ ਵਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਉਹੀ ਜੋਤ ਗੁਰੂ ਗ੍ਰੰਥ ਸਾਹਿਬ ਦੀ ਸਾਰਿਆਂ ਨੂੰ ਨੋਟ ਕਰੀ ਜਾਂਦੀ, ਦੇਖਦੀ ਹੈ। ਜੋਤ ਰੂਪ ਪਰਮਾਤਮਾ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਫਿਰ ਜੋਤ ਜਿਹੜੀ ਹੈ ਉਹ ਜੋਤ ਹੀ ਕਰਮ ਕਰਦੀ ਹੈ, ਕਿ ਸਰੀਰ ਨਹੀਂ ਕਰਦਾ। ਮਹਾਰਾਜ ਤਾਈਓ ਆਪਾਂ ਨੂੰ ਫਰਮਾਉਂਦੇ ਨੇ ਭੁੱਲਿਆ ਸਹਿਜ ਮਿਲਾਏ ਸੀ, ਸ਼ਬਦ ਮਿਲਾਵਾ ਹੋਏ। ਬਿਨ ਸ਼ਬਦੈ ਸਭ ਅੰਧ ਹੈ, ਮਾਇਆ ਮੋਹ ਗੁਬਾਰ। ਸਹਿਜੈ ਤੋਂ ਭਾਵ ਹੈ ਬਿਨ ਸਹਿਜੈ ਸਭ ਅੰਧ ਹੈ। ਗਿਆਨ ਤੋਂ ਬਿਨਾ ਮਾਇਆ ਦੇ ਮੋਹ ਰੂਪ ਗੁਬਾਰ ਹੁੰਦਾ, ਹਨੇਰੇ ਕਰਕੇ ਸਾਰੇ ਲੋਕ ਅੰਨੇ ਹੀ ਹੋਏ ਫਿਰਦੇ ਨੇ। ਦੇਖਣ ਨੂੰ ਸਾਰੇ ਲੱਗਦੇ ਅੱਖਾਂ ਵਾਲੇ। ਅੰਨੇ ਕਿਉਂ ਹੋ ਗਏ? ਕਹਿੰਦੇ ਵੈਸੇ ਹੀ ਅੱਖਾਂ ਖੁੱਲੀਆਂ, ਵੈਸੇ ਅੰਨੇ ਆ, ਕਿਉਂਕਿ ਨੇਤਰ ਹੈ ਹੀ ਨਹੀਂ। ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੈ। ਸਹਿਜੇ ਹੀ ਸੋਝੀ ਪਈ, ਸੱਚਾ ਸ਼ਬਦ ਅਪਾਰ। ਸਹਿਜੇ ਗਿਆਨ ਕਰਕੇ ਜਗਿਆਸੂ ਨੂੰ ਅਪਾਰ ਗੁਣਾਂ ਵਾਲੇ ਸੱਚੇ ਸ਼ਬਦ ਦੀ, ਬ੍ਰਹਮ ਦੀ ਗਿਆਤ ਹੋ ਗਈ। ਹੁਣ ਗਿਆਨ ਕਰਕੇ ਆਪਾਂ ਨੂੰ ਗਿਆਤ ਹੁੰਦੀ ਹੈ ਬ੍ਰਹਮ ਦੀ। ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ। ਪੂਰਿਆਂ ਗੁਰਾਂ ਦੁਆਰਾ ਨਾ ਕਰਤਾਰ ਨੇ ਆਪ ਹੀ ਉਹਨਾਂ ਦੇ ਗੁਨਾਹ ਬਖਸ਼ ਕੇ ਆਪਣੇ ਨਾਲ ਮਿਲਾ ਲਿਆ ਉਹਨਾਂ ਨੂੰ, ਪੂਰਿਆਂ ਗੁਰਾਂ ਦੁਆਰਾ। ਫਿਰ ਸਹਿਜੇ ਅਦਿਸ਼ਟ ਪਛਾਣੀਐ, ਨਿਰਭਉ ਜੋਤ ਨਿਰੰਕਾਰ। ਜੋ ਅਦ੍ਰਿਸ਼ਟ ਹੈ, ਦਿਖਦੀ ਨਹੀਂ, ਇੰਦਰੀਆਂ ਕਰਕੇ ਅਵਿਸ਼ੇ ਹੈ, ਅਤੇ ਸਰੀਰ ਵਿੱਚ ਵੀ ਜੋ ਗੁਪਤ ਰੂਪ ਹੋ ਕੇ ਵਸਣ ਵਾਲੇ ਨਿਰਭਉ ਨਿਰੰਕਾਰ ਜੋਤੀ ਸਰੂਪ ਪਰਮਾਤਮਾ ਜਿਹੜਾ ਹੈ, ਉਹ ਪਰਮਾਤਮਾ ਨੂੰ ਸਹਿਜੇ ਗਿਆਨ ਦੁਆਰਾ ਹੀ ਪਛਾਣ ਸਕੀਦਾ ਹੈ। ਕਿਉਂਕਿ ਸੂਖਮ ਜੋਤ ਨੂੰ
ਸੂਖਮ ਗਿਆਨ ਹੀ ਦਿਖਾ ਸਕਦਾ ਹੈ। ਬਰੀਕ ਚੀਜ਼ ਨੂੰ ਦੇਖਣ ਲਈ ਉਹੀ ਜਿਹੀ ਅਵਸਥਾ ਬਣਾਉਣੀ ਪੈਂਦੀ। ਸੂਖਮ ਹੈ ਗਿਆਨ, ਸਭ ਤੋਂ ਸੂਖਮ, ਤਾਈਓ ਤਾਂ ਗਿਆਨ ਦੀ ਗੱਲ ਵਿੱਚ ਜ਼ੋਰ ਲੱਗਦਾ। ਉੱਦਾਂ ਬੈਠ ਕੇ ਭਾਵੇਂ ਆਪਾਂ ਸਵੇਰ ਤੋਂ ਸ਼ਾਮ ਤੱਕ ਗੱਲਾਂ ਕਰੀ ਜਾਓ, ਕੋਈ ਜ਼ੋਰ ਨਹੀਂ ਲੱਗਦਾ, ਪਰ ਜਦੋਂ ਗਿਆਨ ਦੀ ਗੱਲ ਕਰਦੇ ਆ ਉਦੋਂ ਜ਼ੋਰ ਲੱਗਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਸਭਨਾ ਜੀਆਂ ਕਾ ਏਕੁ ਦਾਤਾ ਜੋਤੀ ਜੋਤ ਮਿਲਾਵਣ ਹਾਰ। ਜੋ ਸਾਰਿਆਂ ਜੀਆਂ ਦਾ ਇੱਕੋ ਹੀ ਦਾਤਾ, ਉਹ ਜੋਤੀ ਪ੍ਰਮਾਤਮਾ ਸਾਰਿਆਂ ਨਾਲ ਆਪਣੀ ਜੋਤ ਦੇ ਮਿਲਾਉਣ ਵਾਲਾ ਹੈ। ਜੋ ਸਾਰਿਆਂ ਜੀਵਾਂ ਦਾ ਦਾਤਾ ਹੈ, ਉਹ ਇੱਕ ਜੋਤੀ ਦੀ ਜੋਤ ਨਾਲ ਮਿਲਾਉਣ ਵਾਲੇ ਸਤਿਗੁਰੂ ਨੇ। ਇਸ ਕਰਕੇ ਪੂਰਾ ਸ਼ਬਦ ਸਲਾਹੀ ਹੈ, ਜਿਸ ਦਾ ਅੰਤ ਨਾ ਪਾਰਾਵਾਰ। ਪੂਰਿਆਂ ਗੁਰਾਂ ਦੇ ਸ਼ਬਦ ਦੁਆਰਾ ਉਹਨੂੰ ਸਲਾਹੁਣਾ ਕਰੀਏ, ਜਿਹਦੇ ਪਾਰ ਉਰਾਰ ਦਾ ਕੋਈ ਅੰਤ ਹੀ ਨਹੀਂ ਹੈ ਪ੍ਰਮਾਤਮਾ ਦਾ। ਗਿਆਨੀਆਂ ਕਾ ਧਨ ਨਾਮ ਹੈ, ਸਹਿਜ ਕਰਹਿ ਵਾਪਾਰ। ਮਹਾਰਾਜ ਕਹਿੰਦੇ ਜਿਹੜੇ ਗਿਆਨਵਾਨ ਨੇ ਨਾ, ਬ੍ਰਹਮ ਗਿਆਨੀ ਨੇ, ਉਹਨਾਂ ਦਾ ਧਨ ਕੀ ਹੈ? ਨਾਮ। ਕਿਉਂਕਿ ਉਹ ਸੁਤੇ ਹੀ ਨਾਮ ਦਾ ਵਪਾਰ ਕਰਦੇ ਨੇ। ਸਹਿਜ ਕਰਹਿ ਵਾਪਾਰ, ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ। ਇਹਦੇ 'ਚ ਕਹਿੰਦੇ ਨੇ ਭਗਤ ਜੀ, ਕਹਿੰਦੇ ਸਹਿਜ ਕਰੋ ਵਿਆਪਾਰ। ਇਸ ਕਰਕੇ ਸਹਿਜੇ ਦਾ ਵਪਾਰ ਹੈ। ਸੰਤੋ ਬੰਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਆਂਦਿਨ ਲਾਹਾ ਹਰ ਨਾਮ ਲੈਨ, ਖੁੱਟ ਭਰੇ ਭੰਡਾਰ। ਉਹ ਰਾਤ ਦਿਨ ਪਰਮੇਸ਼ਰ ਦੇ ਨਾਮ ਦਾ ਲਾਭ ਲੈਂਦੇ ਨੇ, ਖੱਟਦੇ ਨੇ। ਨਾਮ ਮੁੱਕਣ ਵਾਲੇ ਨਾਮ ਧਨ ਨਾਲ ਉਹਨਾਂ ਦੇ ਹਿਰਦੇ ਦੇ ਅੰਦਰ, ਅੰਤःਕਰਨ ਦੇ ਵਿੱਚ ਭੰਡਾਰੇ ਭਰੇ ਪਏ ਨੇ ਨਾਮ ਦੇ। ਹੌਲੀ ਹੌਲੀ ਜਮ੍ਹਾਂ ਹੋ ਗਿਆ ਭੰਡਾਰਾ। ਬ੍ਰਹਮ ਗਿਆਨੀ ਦੇ ਅੰਦਰ ਇੰਨਾ ਭੰਡਾਰਾ ਹੁੰਦਾ, ਉਹ ਜਿੰਨਾ ਮਰਜ਼ੀ ਵੰਡੀ ਜਾਵੇ। ਨਾਨਕ ਟੋਟ ਨ ਆਵਈ ਦੀਏ ਦੇਵਨਹਾਰ। ਮਹਾਰਾਜ ਕਹਿੰਦੇ ਦੇਣੇ ਵਾਲੇ ਨਿਰੰਕਾਰ ਨੇ, ਐਸੇ ਭੰਡਾਰੇ ਭਰਤੇ ਨੇ ਉਹਨਾਂ ਦੇ, ਉਹ ਜਿੰਨਾ ਮਰਜ਼ੀ ਵੰਡੀ ਜਾਣ ਦੁਨੀਆ 'ਚ, ਕਦੇ ਘਾਟਾ ਹੀ ਨਹੀਂ ਆਉਂਦਾ ਉਹਨਾਂ ਨੂੰ। ਹੁਣ ਕਿੰਨਾ ਜਾ ਕੇ ਵੰਡਣ, ਗੱਲ ਤੇ ਕੋਲ ਜਾ ਕੇ ਲੈਣ ਦੀ ਹੈ। ਭਾਗਾਂ ਵਾਲੇ ਉਹਨਾਂ ਕੋਲ ਜਾ ਕੇ ਲੈ ਲੈਂਦੇ ਨੇ। ਮਨਮੁਖ ਬੰਦੇ ਨਿੰਦਾ ਕਰਕੇ ਦੂਰੋਂ ਹੀ ਪਰੇ ਹੀ ਖੜੇ ਰਹਿੰਦੇ ਨੇ, ਉਹ ਲੈ ਨਹੀਂ ਸਕਦੇ, ਕਿਉਂਕਿ ਕਰਮਾਂ 'ਚ ਨਹੀਂ ਲਿਖਿਆ ਹੋਇਆ। ਇਸ ਕਰਕੇ ਸਤਿਗੁਰੂ ਕਹਿੰਦੇ ਬ੍ਰਹਮ ਗਿਆਨੀ ਪਾਸੋਂ ਲੈਣਾ ਵੀ ਭਾਗਾਂ ਨਾਲ ਹੀ ਹੁੰਦਾ, 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 ਨਾਲ ਹੀ ਹੁੰਦਾ।